ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਿੱਖ ਸੇਵਕ ਆਸਟ੍ਰੇਲੀਆ ਵੱਲੋਂ ਚੱਲ ਰਹੀ ਹਿਸਟਰੀ ਸੀਰੀਜ਼ ਦੇ ਅਧੀਨ ਅੱਜ ਅਸੀਂ ਤੀਜਾ ਪਾਠ ਬਣਾ ਰਹੇ ਹਾਂ, ਜਿਸ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸਰਹੰਦ ਨੂੰ ਜਿੱਤਣਾ ਅਤੇ ਉੱਥੇ ਰਾਜ ਪ੍ਰਬੰਧ ਚਲਾਉਣ ਸੰਬੰਧੀ ਵਿਚਾਰ ਕਰਾਂਗੇ। ਇਸ ਵਿਚਾਰ ਲਈ ਜੋ ਦਾਸ ਨੇ ਰੈਫਰੈਂਸ ਲਏ ਹਨ ਉਹ ਹਨ ਖਾਲਸਾ ਰਾਜ ਦਾ ਬਾਨੀ ਬਾਬਾ ਬੰਦਾ ਸਿੰਘ ਬਹਾਦਰ, ਡਾਕਟਰ ਸੁਖਦਿਆਲ ਸਿੰਘ ਜੀ, ਸਾਡਾ ਇਤਿਹਾਸ ਭਾਗ ਦੂਜਾ, ਪ੍ਰਿੰਸੀਪਲ ਸਤਬੀਰ ਸਿੰਘ ਜੀ, ਸ਼੍ਰੀ ਗੁਰੂ ਪੰਥ ਪ੍ਰਕਾਸ਼, ਸੰਪਾਦਿਤ ਡਾਕਟਰ ਬਲਵੰਤ ਸਿੰਘ ਢਿੱਲੋਂ, ਕੇਸਰ ਸਿੰਘ ਛਿੱਪਰ ਦਾ ਬੰਸਾਵਲੀ ਨਾਮਾ। ਅਸੀਂ ਜੋ ਪਿਛਲੀ ਵਾਰੀ ਗੱਲ ਕੀਤੀ ਸੀ ਕਿ ਜਦੋਂ ਦੁਆਬੇ ਅਤੇ ਮਾਝੇ ਦੇ ਸਿੰਘ ਬਾਬਾ ਜੀ ਨੂੰ ਆ ਕੇ ਮਿਲੇ ਅਤੇ ਉੱਥੇ ਬਾਬਾ ਜੀ ਨੇ ਖੁਸ਼ ਹੋ ਕੇ ਕੜਾਹ ਪ੍ਰਸ਼ਾਦੇ ਖੁੱਲ੍ਹੇ ਗੱਫੇ ਵਰਤਾਏ। ਉਹਨਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਕਿ ਪਹਿਲਾਂ ਸਰਹੰਦ ਨੂੰ ਮਾਰਨਾ ਹੈ, ਫਿਰ ਪਹਾੜਾਂ ਨੂੰ ਜਿੱਤਣਾ ਹੈ। ਪ੍ਰਾਚੀਨ ਪੰਥ ਪ੍ਰਕਾਰ ਲਿਆ ਅਬ ਤੋਂ ਲੀਏ ਵਜ਼ੀਰੇ ਮਾਰ, ਫਿਰ ਕਰਾਂਗੇ ਪਰਬਤਕਾਰ। ਹੁਣ ਇੱਥੋਂ ਅੱਗੇ ਬਾਬਾ ਜੀ ਚੱਲਦੇ ਨੇ ਸਰਹੰਦ ਵੱਲ ਨੂੰ, ਪਰ ਸਰਹੰਦ ਵੱਲ ਨੂੰ ਜਾਣ ਦਾ ਜੋ ਰਸਤਾ ਹੈ ਉਹ ਹੈ ਚੱਪੜਚਿੜੀ, ਕਿਉਂਕਿ ਚੱਪੜਚਿੜੀ ਦੇ ਸਥਾਨ 'ਤੇ ਇੱਥੇ ਜੰਗ ਹੁੰਦਾ। ਇਹ ਚੱਪੜਚਿੜੀ ਦਾ ਸਥਾਨ ਕੋਈ 24-25 ਮੀਲ ਦੂਰ ਹੈ ਸਰਹੰਦ ਤੋਂ। ਇਹਦੇ ਕੁਝ ਕਾਰਨ ਹੋ ਸਕਦੇ ਨੇ, ਜਿਵੇਂ ਕਿ ਇਹ ਵੀ ਹੋ ਸਕਦਾ ਕਿ ਬਾਬਾ ਜੀ ਨੇ ਸਰਹੰਦ ਨੂੰ ਜਾਣ ਤੋਂ ਪਹਿਲਾਂ ਸੋਚਿਆ ਕਿ ਦੋ ਸਿੰਘ ਨੇ ਉਹ ਸਾਰੇ ਇਕੱਠੇ ਹੋ ਜਾਣ, ਹੋਰ ਵੀ ਜ਼ਿਆਦਾ ਸਿੰਘ ਇਕੱਠੇ ਹੋ ਜਾਣ, ਅਤੇ ਇਸ ਲਈ ਚੱਪੜਚਿੜੀ ਦੇ ਮੈਦਾਨ ਵੱਲ ਤੁਰਿਆ ਗਿਆ। ਇਸ ਤੋਂ ਇਲਾਵਾ ਉੱਥੇ ਪਾਣੀ ਵਗੈਰਾ ਦਾ ਪ੍ਰਬੰਧ ਵੀ ਵਧੀਆ ਸੀ, ਔਰ ਇਸ ਤੋਂ ਇਲਾਵਾ ਉੱਥੇ ਇੱਕ ਬੜੀ ਉੱਚਾ ਇੱਕ ਟਿੱਬਾ ਟਾਈਪ ਬਣਿਆ ਸੀ, ਜਿਹੜਾ ਕਿ ਪਿਛਲੇ ਹੁਣ ਕੁਝ ਸਮੇਂ ਤੱਕ ਵੀ ਉਹ ਟਿੱਬਾ ਉੱਥੇ ਹੈਗਾ ਸੀ। ਹਾਲਾਂਕਿ ਉੱਥੋਂ ਦੇ ਪਿੰਡਾਂ ਦੇ ਲੋਕਾਂ ਨੇ ਉੱਥੇ ਤਕਰੀਬਨ ਉਹ ਟਿੱਬੇ ਤੋਂ ਸਾਰੀ ਮਿੱਟੀ ਤਕਰੀਬਨ ਲਾਹ ਲਈ ਹੈ, ਪਰ ਫਿਰ ਵੀ ਥੋੜ੍ਹਾ ਜਿਹਾ ਉੱਚਾ ਥਾਂ ਹੀ ਉੱਥੇ ਰਹਿ ਗਿਆ ਹੈ। ਪਰ ਇਹ ਕਿਹਾ ਜਾਂਦਾ ਕਿ ਇੱਥੇ ਅੱਜ ਤੋਂ ਕੋਈ 30-40 ਸਾਲ ਪਹਿਲਾਂ 35-40 ਫੁੱਟ ਉੱਚਾ ਇਹ ਟਿੱਬਾ ਸੀ। ਇਸ ਸੰਬੰਧੀ ਡਾਕਟਰ ਸੁਖਦਿਆਲ ਸਿੰਘ ਜੀ ਨੇ ਬਹੁਤ ਵਧੀਆ ਆਪਣੀ ਕਿਤਾਬ ਵਿੱਚ ਲਿਖਿਆ, ਖਾਲਸਾ ਰਾਜ ਦਾ ਬਾਨੀ ਬਾਬਾ ਬੰਦਾ ਸਿੰਘ ਬਹਾਦਰ। ਹੁਣ ਉੱਥੇ ਇੱਕ ਨਦੀ ਵਗਦੀ ਸੀ ਜਿਹਨੂੰ ਕਿ ਪਟਿਆਲਾ ਕੀ ਰਾਓ ਨਦੀ ਕਹਿੰਦੇ ਨੇ। ਹੁਣ ਇਸ ਨਦੀ ਦੇ ਇੱਕ ਪਾਸੇ ਮੁਸਲਮਾਨ ਆਬਾਦੀ ਸੀ, ਇੱਕ ਪਾਸੇ ਗੈਰ ਮੁਸਲਮਾਨ ਆਬਾਦੀ ਸੀ, ਜਿਹਨੂੰ ਕਿ ਅੱਜ ਦੇ ਸੰਬੰਧ 'ਚ ਮੈਂ ਸਮਝਾਉਣਾ ਹੋਵੇ ਤਾਂ ਇਹ ਕਹਿ ਸਕਦੇ ਹਾਂ ਕਿ ਮੋਹਾਲੀ ਵਾਲੇ ਪਾਸੇ ਜਿਹੜੇ ਨੇ ਉਹ ਹਿੰਦੂ ਸਿੱਖ ਜਿਹੜੀ ਗੈਰ ਮੁਸਲਮਾਨ ਆਬਾਦੀ ਵਾਲੇ ਪਿੰਡ ਸਨ, ਜਿਵੇਂ ਕਿ ਕੁੰਬੜਾ, ਸੁਹਾਣਾ, ਮਟੌੜ, ਮਨੌਲੀ ਜਾਂ ਮੌਲੀ, ਮਾਣਕ ਮਾਜਰਾ ਆਦਿ। ਅਤੇ ਇਸ ਤੋਂ ਇਲਾਵਾ ਜਿਹੜੇ ਦੂਜੇ ਪਾਸੇ ਸਨ ਉਸ ਪਾਸੇ ਮੁਸਲਮਾਨਾਂ ਦੇ ਜੋ ਕਿ ਪਿੰਡ ਸਨ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਪਣਾ ਜੋ ਟਿਕਾਣਾ ਆ ਉਹ ਆ ਕੇ ਗੈਰ ਮੁਸਲਮਾਨ ਆਬਾਦੀ ਵਾਲੇ ਪਾਸੇ ਕੀਤਾ। ਇੱਥੇ ਇੱਕ ਗੱਲ ਸਾਧ ਸੰਗਤ ਜੀ ਜ਼ਰੂਰ ਦੇਖਣ ਵਾਲੀ ਹੈ, ਦੋਵਾਂ ਪਾਸੇ ਹੁਣ ਫੌਜਾਂ ਇਕੱਠੀਆਂ ਹੋ ਗਈਆਂ ਨੇ। ਇੱਕ ਪਾਸੇ ਜੋ ਪਟਿਆਲਾ ਕੀ ਰਾਓ ਨਦੀ ਦੇ ਪਾਸੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀਆਂ, ਦੂਜੇ ਪਾਸੇ ਵਜ਼ੀਰ ਖਾਂ ਦੀਆਂ। ਹੁਣ ਜੋ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਕਮਾਂਡ ਥੱਲੇ ਸਿੰਘ ਇਕੱਠੇ ਹੋਏ ਨੇ ਨਾ, ਉਹ ਬਸ ਛੇਤੀ ਲੜਨਾ ਚਾਹੁੰਦੇ ਨੇ, ਕਿਉਂਕਿ ਉਹਨਾਂ ਦੇ ਮਨ ਵਿੱਚ ਆਪਣੀ ਗੁਰੂ ਲਈ ਪਿਆਰ ਹੈ ਕਿ ਵਜ਼ੀਰ ਖਾਂ ਨੇ ਸਾਡੇ ਗੁਰੂ ਨਾਲ ਬਹੁਤ ਮਾੜਾ ਕੀਤਾ ਆ, ਉਹਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਆ, ਸੁੱਚਾ ਨੰਦ ਇਹਨਾਂ ਸਭ ਨੇ ਮਹਾਰਾਜ ਨਾਲ ਬਹੁਤ ਮਾੜੀ ਕੀਤੀ, ਦਸ਼ਮੇਸ਼ ਜੀ ਨਾਲ। ਉਹਨਾਂ ਸਾਹਮਣੇ ਕਿਸੇ ਪ੍ਰਕਾਰ ਦੀ ਕੋਈ ਵਿਚਾਰ ਨਹੀਂ, ਕੋਈ ਉਹਨਾਂ ਨੂੰ ਜ਼ਿੰਦਗੀ ਦਾ ਨਾਲ ਜਾਂ ਪਿਆਰ ਜਾਂ ਕੁਝ ਵੀ ਐਵੇਂ ਦਾ ਨਹੀਂ। ਉਹ ਸਿਰਫ ਮਹਾਰਾਜ ਦੇ ਨਾਂ ਤੋਂ ਮਰ ਮਿਟਣ ਲਈ ਉੱਥੇ ਆਏ ਸਨ। ਹਾਲਾਂਕਿ ਹਥਿਆਰਾਂ ਦੇ ਪੱਖ ਤੋਂ ਭਾਵੇਂ ਵਜ਼ੀਰ ਖਾਂ ਤੋਂ ਘੱਟ ਸਨ, ਪਰ ਉਹਨਾਂ ਦੇ ਵਿੱਚ ਜੋ ਜਜ਼ਬਾ ਸੀ ਉਹ ਬਹੁਤ ਜ਼ਿਆਦਾ ਸੀ, ਕਿਉਂਕਿ ਇੱਕ ਪਾਸੇ ਜੰਗ ਦੇ ਵਿੱਚ ਕੋਈ ਨਫੇ ਨੁਕਸਾਨ ਦੀ ਗੱਲ ਨਹੀਂ, ਬਸ ਉਹਨਾਂ ਨੇ ਸਿੰਘ ਬਸ ਆਪਣੇ ਮਹਾਰਾਜ ਦੇ ਵਾਸਤੇ ਆਏ ਸਨ। ਹੁਣ ਬਾਬਾ ਜੀ ਦੇ ਕੋਲੇ ਭਾਈ ਬਾਜ ਸਿੰਘ, ਭਾਈ ਫਤਿਹ ਸਿੰਘ, ਆਲੀ ਸਿੰਘ, ਮਾਲੀ ਸਿੰਘ, ਕਰਮ ਸਿੰਘ, ਧਰਮ ਸਿੰਘ, ਬਾਬਾ ਬਨੋਦ ਸਿੰਘ, ਬਾਬਾ ਕਾਹਨ ਸਿੰਘ, ਭਾਈ ਰਾਮ ਸਿੰਘ, ਭਾਈ ਸ਼ਾਮ ਸਿੰਘ ਸੂਰਮੇ ਸਨ। ਅਤੇ ਦੂਜੇ ਪਾਸੇ ਵਜ਼ੀਰ ਖਾਨ ਦੀ ਜਿਹੜੀ ਸੈਨਾ ਸੀ ਉਹ ਇੱਕ ਪਹਾੜੇ ਦੇ ਲੋਕ ਸਨ, ਜਿਹੜੇ ਇੱਕ ਪੈਸੇ ਦੇ ਕੇ ਬੁਲਾਏ ਗਏ ਸਿਪਾਹੀ ਸਨ, ਜਿਨ੍ਹਾਂ ਨੂੰ ਬਕਾਇਦਾ ਇੱਕ ਤਨਖਾਹ ਮਿਲਦੀ ਸੀ। ਹੁਣ ਇੱਕ ਤਨਖਾਹ ਵਾਸਤੇ ਲੜਨ ਵਾਲੇ ਅਤੇ ਇੱਕ ਪਾਸੇ ਆਪਣੇ ਧਰਮ ਵਾਸਤੇ ਲੜਨ ਵਾਸਤੇ, ਇਹਨਾਂ ਦੋਵਾਂ ਵਿੱਚ ਬਹੁਤ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ। ਹੁਣ ਵਜ਼ੀਰ ਖਾਨ ਦੀ ਜੋ ਸੈਨਾ ਆ ਉਹਦੇ ਅੱਗੇ ਹਾਥੀ ਨੇ, ਉਹਦੇ ਪਿੱਛੇ ਥੋੜ੍ਹੀ ਜਿਹੀ ਪੈਦਲ ਸੈਨਾ ਆ। ਅਤੇ ਹੁਣ ਜਿਹੜੀ ਪੈਦਲ ਸੈਨਾ ਹੈ ਉਹ ਡਾਕਟਰ ਸੁਖਦਿਆਲ ਸਿੰਘ ਜੀ ਕਹਿੰਦੇ ਨੇ ਕਿ ਉਹ ਹਾਥੀਆਂ ਦੇ ਸਹਾਰੇ ਨਾਲ ਨਾ ਅੱਗੇ ਵੱਧਦੀ ਪਈ ਹੈ, ਕਿਉਂਕਿ ਉਹਨਾਂ ਨੂੰ ਹਾਥੀਆਂ ਦੀ ਅੱਗੇ ਓਟ ਹੈ। ਅਤੇ ਇੱਧਰ ਸਿੰਘਾਂ ਵਾਲੇ ਪਾਸੇ ਬੋਲੇ ਸੋ ਨਿਹਾਲ ਦੇ ਜਕਾਰੇ ਲਾਗੇ ਹੋਏ ਸਿੰਘ ਉੱਥੇ ਅੱਗੇ ਵੱਧਦੇ ਪਏ ਨੇ। ਹੁਣ ਉੱਥੇ ਕੀ ਹੁੰਦਾ ਆ, ਬਾਬਾ ਬੰਦਾ ਸਿੰਘ ਕਹਿੰਦੇ ਇੱਕ ਉੱਚੇ ਟਿੱਬੇ ਤੋਂ ਵੇਖ ਕੇ ਕਮਾਨ ਸੰਭਾਲਦੇ ਨੇ, ਅਤੇ ਜਿਹੜੇ ਪਾਸੇ ਵੀ ਸਿੰਘਾਂ ਨੂੰ ਇੱਕ ਲੋੜ ਪੈਂਦੀ ਹੈ ਉੱਧਰ ਨੂੰ ਬਾਬਾ ਜੀ ਜਾ ਕੇ ਕਮਾਨ ਸੰਭਾਲ ਲੈਂਦੇ ਨੇ, ਔਰ ਸਿੰਘਾਂ ਦੇ ਹੌਸਲੇ ਵਧਾਉਂਦੇ ਨੇ। ਕਿਉਂਕਿ ਉੱਥੇ ਕਿਤੇ ਇਹ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ ਆ, ਉਹ ਵਾਰ-ਵਾਰ ਕਹਿ ਰਹੇ ਨੇ, ਏਕ ਪੈਰ ਤੁਮ ਤਕੜੇ ਰਹੇ ਹੋ ਜਿੱਤ ਪੈਰ ਚੁੰਮੇਗੀ, ਕਿਸੇ ਕਹਿੰਦੇ ਤੁਮ ਘੜੀਆਂ 4 ਲੜਾਓ। ਹੁਣ ਉੱਥੇ ਲੜਾਈ ਦੇ ਮੈਦਾਨ ਵਿੱਚ ਚੱਲਦੇ ਚੱਲਦੇ ਕੀ ਹੁੰਦਾ ਹੈ, ਵਜ਼ੀਰ ਖਾਂ ਦਾ ਸਾਹਮਣਾ ਬਾਬਾ ਜੀ ਦੇ ਨਾਲ ਹੁੰਦਾ ਹੈ।
ਹੁਣ ਇੱਥੇ ਕੋਈ ਦੋ ਰਾਵਾਂ ਨੇ। ਕਈ ਵਿਦਵਾਨ ਕਹਿੰਦੇ ਨੇ ਕਿ ਵਜ਼ੀਰ ਖਾਨ ਦਾ ਸਾਹਮਣਾ ਬਾਜ ਸਿੰਘ ਨਾਲ ਹੁੰਦਾ ਆ, ਕਈ ਵਿਦਵਾਨ ਕਹਿੰਦੇ ਨੇ ਕਿ ਇੱਥੇ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਉਹਨਾਂ ਦਾ ਸਾਹਮਣਾ ਹੁੰਦਾ ਹੈ। ਪਰ ਕਿਸੇ ਨਾਲ ਵੀ ਸਾਹਮਣਾ ਹੋਵੇ, ਸਿੰਘ ਨੇ ਕਹਿੰਦੇ ਨੇ ਵਜ਼ੀਰ ਖਾਨ ਨੂੰ ਉੱਥੇ ਮਾਰਤਾ, ਦਾ ਧੜ ਤੋਂ ਸਿਰ ਅਲੱਗ ਕਰਤਾ। ਅਤੇ ਇਹਨੂੰ ਜੋ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਿਆ, ਕਹਿੰਦੇ ਦੇਖੋ ਕਲਾ ਪ੍ਰਭੂ ਕੀ ਨਿਆਰੀ, ਜਿੱਤੈ ਫਕੀਰ ਸ਼ਾਇਦ ਚਾਹੇ ਹਾਰੀ। ਕਿ ਉੱਥੇ ਫਕੀਰਾਂ, ਕਿਉਂਕਿ ਸਿੰਘ ਫਕੀਰਾਂ ਵਾਂਗੂ ਨੇ, ਉਹਨਾਂ ਕੋਲ ਕੋਈ ਚੰਗੇ ਹਥਿਆਰ ਨਹੀਂ, ਉਹਨਾਂ ਕੋਲ ਕੋਈ ਚੰਗੀ ਸੈਨਾ ਨਹੀਂ, ਉਹਨਾਂ ਦੇ ਕੋਲ ਕਿਸੇ ਪ੍ਰਕਾਰ ਦਾ ਕੋਈ ਇੱਕ ਇਹ ਕਹਿ ਲਓ ਕਿ ਰਾਜਨੀਤਿਕ ਨਫਾ ਨੁਕਸਾਨ ਨਹੀਂ, ਬਸ ਉਹ ਫਕੀਰੀ ਤਰ੍ਹਾਂ ਲੜਨ ਆਉਂਦੇ ਨੇ। ਅਤੇ ਉਹ ਉੱਥੇ ਉਹਨਾਂ ਨੂੰ ਵਜ਼ੀਰ ਖਾਨ ਨੂੰ ਮਾਰ ਕੇ ਮੁਸਲਮਾਨ ਫੌਜ ਨੂੰ, ਮੁਗਲ ਫੌਜ ਨੂੰ ਖ਼ਤਮ ਕਰ ਦਿੰਦੇ ਨੇ। ਇੱਕ ਖਬਰ ਮੁਤਾਬਕ ਅਖਬਾਰ ਦੌਰਾਰੇ ਮੁਹੱਲਾ ਜਿਹੜੀ ਉਦੋਂ ਦੀ ਖਬਰ ਅਖਬਾਰ ਹੈ, ਉਹਦੇ ਕਹਿੰਦੇ ਲੜਾਈ ਬਾਅਦ ਦੁਪਹਿਰ ਤੱਕ ਚੱਲਦੀ ਹੈ। ਕਿਉਂਕਿ ਇਤਿਹਾਸ ਵਿੱਚ ਦੋ ਤਰੀਕਾਂ ਨੇ, ਕੋਈ 12 ਮਈ ਤੋਂ ਮੰਨਦੇ ਨੇ, ਕਈ 22 ਮਈ ਤੋਂ ਮੰਨਦੇ ਨੇ, ਪਰ ਤਕਰੀਬਨ ਬਹੁਤ ਸਾਰੇ ਵਿਦਵਾਨਾਂ ਨੇ ਇਹਨੂੰ 22 ਮਈ ਹੀ ਮੰਨਿਆ ਆ ਕਿ 22 ਮਈ 1710 ਈਸਵੀ ਨੂੰ ਇਹ ਚੱਪੜਚਿੜੀ ਦੇ ਮੈਦਾਨ ਦੇ ਉੱਤੇ ਇਹ ਲੜਾਈ ਹੁੰਦੀ ਹੈ। ਵਜ਼ੀਰ ਖਾਨ ਨੂੰ ਮਾਰ ਕੇ ਉਹਦੀ ਲਾਸ਼ ਨੂੰ ਘੋੜਿਆਂ ਦੇ ਨਾਲ ਖਿੱਚ ਕੇ ਘੁਮਾਇਆ ਜਾਂਦਾ ਆ, ਅਤੇ ਉਸ ਤੋਂ ਬਾਅਦ ਉਹਦੀ ਲਾਸ਼ ਨੂੰ ਪੁੱਠਾ ਟੰਗ ਕੇ ਇੱਕ ਜੰਡ ਦੇ ਦਰਖਤ ਨਾਲ ਬੰਨ੍ਹ ਦਿੱਤਾ ਜਾਂਦਾ ਆ। ਡਾਕਟਰ ਸੁਖਦਿਆਲ ਸਿੰਘ ਜੀ ਕਹਿੰਦੇ ਨੇ ਕਿ ਇਹ ਜੰਡ ਦਾ ਦਰਖਤ ਹਾਲੇ ਵੀ ਉੱਥੇ ਚੱਪੜਚਿੜੀ 'ਚ ਗੁਰੂ ਨਾਨਕ ਫਾਊਂਡੇਸ਼ਨ ਸਕੂਲ ਹੈਗਾ ਆ, ਉੱਥੇ ਹਾਲੇ ਵੀ ਇਹ ਹੈਗਾ ਆ। ਹੁਣ ਸਿੰਘ ਉੱਥੋਂ ਜਿੱਤ ਕੇ ਚੱਪੜਚਿੜੀ ਤੋਂ ਸਰਹੰਦ ਵੱਲ ਨੂੰ ਜਾਂਦੇ ਨੇ। ਹੁਣ ਸਰਹੰਦ ਵਿੱਚ ਵੀ ਥੋੜ੍ਹੀ ਬੜੀ ਮੋਰਚਾਬੰਦੀ ਕੀਤੀ, ਤੋਪਾਂ ਹੈਗੀਆਂ ਨੇ, ਪਰ ਸਿੰਘ ਉੱਥੇ ਏਡੀ ਚੜ੍ਹਦੀ ਕਲਾ ਤੁਰੇ ਜਾਂਦੇ ਨੇ, ਉਹ ਤੋਪਾਂ ਮੋਰਚਾਬੰਦੀ ਉਹਨਾਂ ਨੂੰ ਕੁਝ ਨਹੀਂ ਕਰ ਪਾਉਂਦੀ। ਉੱਥੇ ਪਹੁੰਚ ਕੇ ਜੋ ਵਜ਼ੀਰ ਖਾਨ ਦਾ ਅਧਿਕਾਰੀ ਸੀ ਦੀਵਾਨ ਸੁੱਚਾਨੰਦ, ਜਿਹਨੂੰ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਿੱਚ ਜਿਹਦਾ ਇੱਕ ਬਹੁਤ ਵੱਡਾ ਹੱਥ ਸੀ, ਉਹਨੂੰ ਜਾ ਕੇ ਫੜਦੇ ਨੇ। ਉਹਦੇ ਨੱਕ ਦੇ ਵਿੱਚੋਂ ਗਲੀ ਕੱਢ ਕੇ ਲੋਹੇ ਦਾ ਕੁੰਡਾ ਪਾਇਆ ਜਾਂਦਾ, ਅਤੇ ਉਹ ਕੁੰਡੇ ਰੱਸੀ ਨਾਲ ਬਣ ਕੇ ਸਰਹੰਦ ਦੀਆਂ ਗਲੀਆਂ ਵਿੱਚ ਚਾਰੇ ਪਾਸੇ ਫਰਾਇਆ ਜਾਂਦਾ ਹੈ। ਹਰ ਘਰ, ਹਰ ਦੁਕਾਨ ਤੋਂ ਭੀਖ ਮੰਗਵਾਈ ਜਾਂਦੀ, ਅਤੇ ਅਖੀਰ 'ਚ ਉਹਨੂੰ ਛਿੱਤਰ ਮਾਰ ਕੇ ਉਹਨੂੰ ਉੱਥੇ ਮਾਰ ਦਿੱਤਾ ਜਾਂਦਾ ਆ। ਸਰਹੰਦ ਜਾ ਕੇ, ਭਾਵੇਂ ਕਿ ਇੱਕ ਬੜਾ ਪੁਰਾਣਾ ਸ਼ਹਿਰ ਏ, ਵਿਕਸਿਤ ਸ਼ਹਿਰ ਏ, 28 ਪਰਗਣਿਆਂ ਦਾ ਰਾਜ ਸਰਹੰਦ ਤੋਂ ਚੱਲਦਾ ਆ, ਪਰੰਤੂ ਸਿੰਘਾਂ ਦੇ ਮਨ ਵਿੱਚ ਉਸ ਸੰਬੰਧੀ ਬੜੇ ਬਦਲੇ ਦੀ ਭਾਵਨਾ ਸੀ। ਉੱਥੋਂ ਜੋ ਹਵੇਲੀਆਂ, ਇਮਾਰਤਾਂ, ਮਹਿਲ, ਸਿਰਫ ਧਾਰਮਿਕ ਸਥਾਨਾਂ ਨੂੰ ਛੱਡ ਕੇ ਜੋ ਵੀ ਇਮਾਰਤ, ਹਵੇਲੀਆਂ, ਮਹਿਲ ਸਨ, ਉਹ ਸਾਰਾ ਮਲੀਆ ਮੇਟ ਕਰਤਾ ਸਿੰਘਾਂ ਨੇ, ਜਿਹਨੂੰ ਅਸੀਂ ਹਾਲੇ ਤੱਕ ਵੀ ਕਹਿੰਦੇ ਹਾਂ ਨਾ ਵੀ ਸਿੰਘਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਤੀ। ਬਸ ਜਿੰਨਾ ਵੀ ਉੱਥੇ ਤੋਪਾਂ ਦਾ ਗੋਲਾ ਬਰੂਦ ਸੀ, ਜੋ ਵੀ ਸੀ, ਉਹ ਸਾਰਾ ਸਰਹੰਦ ਦੀਆਂ ਹਵੇਲੀਆਂ ਨੂੰ ਖ਼ਤਮ ਕਰਨ ਲਈ ਵਰਤਿਆ ਗਿਆ। ਲਗਾਤਾਰ 2-3 ਦਿਨ ਉੱਥੇ ਲਗਾਤਾਰ ਜੋ ਇਹ ਮਲੀਆ ਮੇਟ ਕਰਨ ਵਾਲੀ ਇੱਕ ਭਾਵਨਾ, ਜਾਂ ਇਹ ਕਹਿ ਲਓ ਕਿ ਮਲੀਆ ਮੇਟ ਕਰਨ ਵਾਲੀ ਇੱਕ ਗੱਲਬਾਤ ਉੱਥੇ ਚੱਲਦੀ ਰਹਿੰਦੀ ਹੈ। ਸਾਰੇ ਤਰੀਕੇ ਨਾਲ ਮਲੀਆ ਮੇਟ ਕਰ ਦਿੱਤਾ ਜਾਂਦਾ ਹੈ। ਸਾਧ ਸੰਗਤ ਜੀ, ਇੱਥੇ ਇੱਕ ਗੱਲ ਬੜੀ ਧਿਆਨ ਦੇਣ ਵਾਲੀ ਹੈ। ਮੁਸਲਿਮ ਇਤਿਹਾਸਕਾਰ ਜਿਵੇਂ ਕਾਫੀ ਖਾਂ, ਮੁਹੰਮਦ ਲਤੀਫ ਜਾਂ ਹੋਰ ਵੀ ਜੋ ਨੇ, ਉਹਨਾਂ ਨੇ ਲਿਖਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਸਲਮਾਨ ਪਰਿਵਾਰਾਂ ਨੂੰ, ਬੱਚਿਆਂ ਨੂੰ, ਬੁੱਢਿਆਂ ਨੂੰ ਮੌਤ ਦੇ ਘਾਟ ਉਤਾਰਿਆ, ਉਹਨਾਂ ਦੀ ਕਬਰਾਂ ਪੁੱਟ ਕੇ ਮੁਰਦਿਆਂ ਨੂੰ ਕੱਢਿਆ, ਮਸਜਿਦਾਂ ਮਕਬਰੇ ਢਾਹ ਦਿੱਤੇ। ਇਹ ਗੱਲ ਪੂਰੀ ਸਰਾਸਰ ਝੂਠੀ ਹੈ। ਹੁਣ ਵੀ ਜੇ ਤੁਹਾਨੂੰ ਸਰਹੰਦ ਜਾਣ ਦਾ ਮੌਕਾ ਮਿਲੇ, ਉੱਥੇ ਗੁਰਦੁਆਰਾ ਸਾਹਿਬ, ਗੁਰਦੁਆਰਾ ਜੋਤੀ ਸਰੂਪ ਹੈ, ਉਹਦੇ ਕੋਲੇ ਹੀ ਇੱਕ ਪੁਰਾਣੀ ਮਸਜਿਦ ਹੈਗੀਆਂ ਨੇ। ਜਿੰਨੀਆਂ ਵੀ ਪੁਰਾਣੇ ਧਾਰਮਿਕ ਸਥਾਨ ਸਨ ਦੂਜੇ ਧਰਮਾਂ ਦੇ, ਉਹਨਾਂ ਨੂੰ ਬਾਬਾ ਜੀ ਨੇ ਹੱਥ ਤੱਕ ਵੀ ਨਹੀਂ ਲਾਇਆ, ਕਿਉਂਕਿ ਜੇ ਹਾਲੇ ਤੱਕ ਵੀ ਉਹ ਪੁਰਾਣੇ ਸਥਾਨ ਹੈਗੇ ਨੇ ਤਾਂ ਇਹਦਾ ਮਤਲਬ ਕਿ ਬਾਬਾ ਜੀ ਨੂੰ ਹੱਥ ਨਹੀਂ ਲਾਇਆ। ਸਿਰਫ ਤੇ ਸਿਰਫ ਉਹਨਾਂ ਲੇਖਕਾਂ ਨੇ ਤਸੱਬਬ ਵਿੱਚ ਆ ਕੇ ਬਾਬਾ ਜੀ ਦੇ ਸੰਬੰਧ ਵਿੱਚ ਇਹ ਸਾਰੀਆਂ ਗੱਲਾਂ ਲਿਖੀਆਂ ਨੇ। ਹੁਣ ਉੱਥੇ ਸਰਹੰਦ ਨੂੰ ਜਿੱਤ ਲਿਆ ਜਾਂਦਾ ਹੈ। 24 ਮਈ ਨੂੰ ਫਿਰ ਉੱਥੇ ਖਾਲਸਾ ਦਰਬਾਰ ਸੱਜਦਾ ਆ। ਖਾਲਸਾ ਦਰਬਾਰ ਦੇ ਵਿੱਚ ਬਾਬਾ ਜੀ ਉੱਥੇ ਨਵੀਆਂ ਨਿਯੁਕਤੀਆਂ ਕਰਦੇ ਨੇ। ਇਸ ਵਿੱਚ ਜੋ ਸਭ ਤੋਂ ਵੱਡੀ ਨਿਯੁਕਤੀ ਹੈ ਉਹ ਹੈ ਭਾਈ ਬਾਜ ਸਿੰਘ ਜੀ ਨੂੰ, ਜੋ ਸ਼ੁਰੂ ਤੋਂ ਬਾਬਾ ਜੀ ਨਾਲ 5 ਸਿੰਘਾਂ 'ਚ ਤੁਰਿਆ ਆ, ਉਹਨੂੰ ਸਰਹੰਦ ਦਾ ਸੂਬੇਦਾਰ ਬਣਾਉਂਦੇ ਨੇ। ਭਾਈ ਆਲੀ ਸਿੰਘ ਨੂੰ ਉਹਨਾਂ ਦਾ ਨਾਇਬ, ਭਾਈ ਫਤਿਹ ਸਿੰਘ ਨੂੰ ਸਮਾਣੇ ਦਾ ਗਵਰਨਰ ਰਹਿਣ ਦਿੱਤਾ ਜਾਂਦਾ ਹੈ। ਦਿੱਲੀ ਤੋਂ ਰਸਤੇ 'ਚ ਆਉਣ ਵਾਲੀ ਸੜਕ ਥਾਣੇਸਰ ਦੀ ਸੂਬੇਦਾਰੀ ਰਾਮ ਸਿੰਘ ਨੂੰ ਸੌਂਪੀ ਜਾਂਦੀ ਹੈ। ਹੁਣ ਸਰਹੰਦ 'ਤੇ ਕਬਜ਼ਾ ਕਰਨ ਨਾਲ ਜਿਹੜਾ ਸਿੰਘਾਂ ਦਾ ਰੋਹਬ ਹੈ ਨਾ, ਉਹ ਚਾਰੇ ਪਾਸੇ ਫੈਲ ਜਾਂਦਾ ਆ। ਜਮਨਾ ਨਦੀ ਤੱਕ ਸਿੱਖਾਂ ਦਾ ਰੋਹ ਫੈਲ ਜਾਂਦਾ, ਕਿਉਂਕਿ ਸਰਹੰਦ ਦੇ ਜਿੱਤਣ ਨਾਲ ਜਿੰਨੇ ਵੀ ਏਰੀਏ ਸਰਹੰਦ ਦੇ ਥੱਲੇ ਸਨ, ਉਹ ਸਾਰੇ ਸਿੰਘਾਂ ਦੇ ਥੱਲੇ ਹੋ ਜਾਂਦੇ ਨੇ। ਜਿਹੜੇ ਛੋਟੇ ਛੋਟੇ ਫੌਜਦਾਰ ਚੌਧਰੀ ਸੀ, ਉਹਨਾਂ ਸਾਰਿਆਂ ਨੇ ਸਿੱਖਾਂ ਦੀ ਈਨ ਮੰਨ ਲਈ। ਸਾਧ ਸੰਗਤ ਜੀ, ਇੱਥੇ ਇੱਕ ਹੋਰ ਗੱਲ ਬੜੀ ਧਿਆਨ ਦੇਣ ਵਾਲੀ ਹੈ। ਜਿਹੜੇ ਇਹ ਭਾਈ ਆਲੀ ਸਿੰਘ ਵਰਗੇ ਸਿੰਘ ਨੇ ਨਾ, ਇਹਨਾਂ ਦੇ ਆਲੀ ਸਿੰਘ ਦੇ 2 ਬੇਟੇ ਵੀ ਸ਼ਹੀਦ ਹੋ ਗਏ ਸਨ ਜੰਗ ਵਿੱਚ, ਪਰੰਤੂ ਉਹਨਾਂ ਨੇ ਇੱਕ ਗੱਲ ਕਹੀ ਸੀ, ਕਹਿੰਦੇ ਹਮਰੇ ਸੁੱਤ ਕਹਿ ਕਿਨੈ ਮਰਾਏ
ਮਰੇ ਸੋ ਆਪਣੀ ਉਮਰ ਬਤਾਏ। ਉਹਨਾਂ ਦਾ ਹੌਸਲਾ ਵੇਖ ਕੇ ਬਾਬਾ ਜੀ ਨੇ 5 ਸਿੰਘਾਂ ਕੋਲੋਂ ਅਰਦਾਸ ਕਰਵਾਈ ਤੇ ਉਹਨਾਂ ਨੂੰ ਫਿਰ 2 ਪੁੱਤਰਾਂ ਦੀ ਦਾਤ ਮਿਲੀ ਸੀ। ਕਿਉਂਕਿ ਮੈਂ ਪਹਿਲਾਂ ਹੀ ਸ਼ੁਰੂ ਕਰਨ ਵੇਲੇ ਆਪ ਜੀ ਨੂੰ ਕਿਹਾ ਸੀ, ਜਦੋਂ ਪਹਿਲੇ ਪਾਠ ਤੋਂ ਵੀ ਆਪਾਂ ਇਸ ਹਿਸਟਰੀ ਦੇ ਵਿੱਚ ਆਪਣੇ ਸਿਧਾਂਤ ਨੂੰ ਵੀ ਵੇਖਣਾ ਆ, ਤੇ ਉਸ ਸਾਡੇ ਸਿਧਾਂਤ ਨੂੰ ਅਰਦਾਸ ਦੇ ਨੂੰ ਨਾਮ ਦੇ ਨੂੰ ਸਾਡੀ ਹਿਸਟਰੀ ਵਾਰ-ਵਾਰ ਰੂਪਮਾਨ ਕਰਦੀ ਹੈ। ਹੁਣ ਇਸ ਤੋਂ ਅੱਗੇ ਜਦੋਂ ਸਾਰੀਆਂ ਨਿਯੁਕਤੀਆਂ ਹੁੰਦੀਆਂ ਨੇ, ਫਿਰ ਬਾਬਾ ਜੀ ਉੱਥੇ ਕੁਝ ਫੈਸਲੇ ਲੈਂਦੇ ਨੇ ਜਿਨ੍ਹਾਂ ਨੇ ਕਿ ਇਤਿਹਾਸ ਨੂੰ ਬਿਲਕੁਲ ਬਦਲਤਾ। ਸਭ ਤੋਂ ਪਹਿਲਾਂ ਜਿਹੜਾ ਵੱਡਾ ਫੈਸਲਾ ਲਿਆ ਜਾਂਦਾ ਆ ਕਿ ਖਾਲਸਾ ਰਾਜ ਦੇ ਅੰਦਰ ਜਿਹੜੀ ਵੀ ਜ਼ਮੀਨ ਉਹਦਾ ਮਾਲਕ ਉਹਨੂੰ ਮੰਨਿਆ ਜਾਏਗਾ ਜਿਹਨੂੰ ਕੋਈ ਵਾਹੁੰਦਾ ਤੇ ਬੀਜਦਾ ਆ। ਡਾਕਟਰ ਸੁਖਦਿਆਲ ਸਿੰਘ ਜੀ ਨੇ ਇੱਕ ਬੜੀ ਸੋਹਣੀ ਗੱਲ ਲਿਖੀ ਹੈ, ਕਹਿੰਦੇ ਦੁਨੀਆ 'ਚ ਪਹਿਲੀ ਵਾਰੀ ਸਿਰਫ 1799 ਵਿੱਚ ਨਾ 1789 ਵਿੱਚ ਫਰਾਂਸ ਦੀ ਜਿਹੜੀ ਰੈਵੋਲੂਸ਼ਨ ਆਈ ਸੀ, ਉਹਦੇ ਥਰੂ ਜਿਹੜੀਆਂ ਜ਼ਗੀਰਦਾਰੀਆਂ ਤੋੜੀਆਂ ਗਈਆਂ ਸਨ ਅਤੇ ਜਿਹੜੇ ਲੋਕ ਜ਼ਮੀਨ ਵਾਹੁੰਦੇ ਸਨ ਉਹਨਾਂ ਨੂੰ ਜ਼ਮੀਨ ਦਿੱਤੀ ਗਈ ਸੀ। ਪਰ ਪੰਜਾਬ 'ਚ ਤਕਰੀਬਨ 80 ਸਾਲ ਪਹਿਲਾਂ ਹੀ ਬਾਬਾ ਜੀ ਨੇ ਉਹ ਕੰਮ ਕਰ ਵਿਖਾਇਆ ਜਿਹੜਾ ਕਿ ਫ੍ਰੈਂਚ ਰੈਵੋਲੂਸ਼ਨ 'ਚ 80 ਸਾਲ ਬਾਅਦ ਜਾ ਕੇ ਹੋਇਆ। ਹੋਰ ਗੱਲ ਨੂੰ ਬੜੇ ਧਿਆਨ ਨਾਲ ਨੋਟ ਕਰਨ ਵਾਲੀ ਹੈ। ਵਿਲੀਅਮ ਇਰਵਿਨ ਇੱਕ ਗੱਲ ਲਿਖਦਾ ਆ, ਕਹਿੰਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਪ੍ਰਬੰਧ ਵਿੱਚ ਕੋਈ ਵੀ ਗਰੀਬ ਜਿਹਨੂੰ ਕਿ ਭਾਰਤੀ ਸਮਾਜ ਵਿੱਚ ਬੜਾ ਨੀਚ ਪੱਧਰ ਸਮਝਿਆ ਜਾਂਦਾ ਨਾ, ਉੱਥੇ ਆਉਂਦਾ, ਆਪਣੀ ਜ਼ਮੀਨ ਦੇ ਮਾਲਕੀ ਦਾ ਅਧਿਕਾਰ ਲੈ ਕੇ ਜਾਂਦਾ, ਅਤੇ ਜਦੋਂ ਉਹ ਆਪਣੀ ਜਗ੍ਹਾ 'ਤੇ ਪਹੁੰਚਦਾ ਨਾ, ਉਹਦੀ ਹੱਦ 'ਤੇ ਵੀ ਪਹੁੰਚਦਾ, ਤਾਂ ਉਸ ਇਲਾਕੇ ਜਿਹੜਾ ਅਮੀਰ ਬੰਦਾ ਵੀ ਹੈ ਨਾ, ਉਹ ਵੀ ਅੱਗੋਂ ਝੁਕ ਕੇ ਉਹਨੂੰ ਮਿਲਦਾ। ਬਾਬਾ ਜੀ ਨੇ ਇੰਨਾ ਜ਼ਿਆਦਾ ਇੱਕ ਜਿਨ੍ਹਾਂ ਨੂੰ ਭਾਰਤੀ ਸਮਾਜ ਨੀਵਾਂ ਮੰਨਿਆ ਗਿਆ ਨਾ, ਉਹਨਾਂ ਦੇ ਅੰਦਰ ਵੀ ਐਡੀ ਸਪਿਰਿਟ ਭਰਤੀ ਕਿ ਉਹ ਵੀ ਬਹੁਤ ਬਹਾਦਰ ਹੋ ਗਏ। ਇਹਦੇ ਨਾਲ ਕੀ ਹੋਇਆ, ਬਾਬਾ ਜੀ ਦੇ ਕੋਲ ਬਹੁਤ ਬੇਅੰਤ ਮੁਲਕਈਆ ਬਹੁਤ ਸਾਰੇ ਲੋਕ ਇਕੱਠੇ ਹੋ ਗਏ। ਇੱਕ ਹੋਰ ਦੂਜੀ ਗੱਲ ਬਾਬਾ ਜੀ ਦੇ ਰਾਜ ਪ੍ਰਬੰਧ ਦੀ ਮੈਂ ਥੋੜ੍ਹੀ ਕਰਨਾ ਚਾਹੁੰਦਾ ਸਿੱਕਿਆਂ ਤੋਂ ਪਹਿਲਾਂ। ਇੱਕ ਕੇਸਰ ਛਿੱਬਰ ਨੇ ਆਪਣੇ ਬੰਸਾਵਲੀਨਾਮੇ ਵਿੱਚ ਇੱਕ ਉਹਦਾ ਜ਼ਿਕਰ ਕੀਤਾ ਆ। ਉਹ ਕਹਿੰਦਾ ਜਦੋਂ ਬਾਬਾ ਜੀ ਨੇ ਰਾਜ ਪ੍ਰਬੰਧ ਚਲਾਇਆ, ਹੁਣ ਅਕਸਰ ਕੀ ਹੁੰਦਾ ਜਦੋਂ ਤੁਹਾਡੇ ਕੋਲ ਰਾਜਨੀਤਿਕ ਸ਼ਕਤੀ ਆਉਂਦੀ ਹੈ ਨਾ, ਤਾਂ ਕਿਸੇ ਨਾ ਕਿਸੇ ਦਾ ਮਨ ਤਾਂ ਫਿਰ ਹੀ ਜਾਂਦਾ ਆ। ਹੁਣ ਉੱਥੇ ਕੀ ਹੁੰਦਾ ਹੈ ਕਿ ਬਾਬਾ ਜੀ ਦੇ ਬਣਾਏ ਹੀ ਕਿਸੇ ਬੰਦੇ ਨੇ ਆਪਣੇ ਪ੍ਰਬੰਧ ਦੇ ਥੱਲੇ ਕਿਸੇ ਔਰਤ ਨੂੰ ਜ਼ਬਰਦਸਤੀ ਆਪਣੇ ਅਧੀਨ ਕੀਤਾ, ਜ਼ਬਰਦਸਤੀ ਕੀਤੀ ਅਤੇ ਉਹਦੇ ਪਤੀ ਨੂੰ ਮਾਰ ਦਿੱਤਾ। ਹੁਣ ਉਹਦੇ ਪਤੀ ਨੂੰ ਮਾਰਨ ਤੋਂ ਬਾਅਦ ਹੁਣ ਉਹ ਔਰਤ ਬੜੀ ਮੁਸ਼ਕਿਲ ਨਾਲ ਉਸ ਸਿੱਖ ਸਰਦਾਰ ਦੇ ਕੋਲੋਂ ਬਚ ਕੇ ਬਾਬਾ ਜੀ ਦੇ ਕੋਲੇ ਪਹੁੰਚਦੀ, ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਪ੍ਰਬੰਧ ਦੇ ਕੋਲੇ ਸਰਹੰਦ 'ਚ, ਅਤੇ ਆ ਕੇ ਬਾਬਾ ਜੀ ਨੂੰ ਸਾਰੀ ਗੱਲ ਦੱਸਦੀ ਹੈ। ਬਾਬਾ ਜੀ ਸਾਰੀ ਗੱਲ ਦਾ ਪਤਾ ਲਗਾਉਂਦੇ ਨੇ ਔਰ ਆਪਣੇ ਨਾਲ ਜਿਹੜੇ ਖਾਲਸਾ ਪੰਚਾਇਤ ਹੈ ਜਿਹੜੀ 5 ਸਿੰਘਾਂ ਦੀ, ਜਿਹਨੂੰ ਗੁਰੂ ਸਾਹਿਬ ਨੇ ਕਹੇ ਨਾਲ ਰੱਖਣਾ ਆ, ਉਹਨਾਂ ਤੋਂ ਰਾਏ ਲੈਂਦੇ ਨੇ ਕੀ ਕਰਨਾ ਚਾਹੀਦਾ। ਉਹਨਾਂ ਦੇ ਅਧੀਨ ਉਹਨਾਂ ਤੋਂ ਰਾਏ ਲੈ ਕੇ ਕਹਿੰਦੇ ਨੇ ਕਿ ਇਸ ਬੰਦੇ ਨੂੰ ਸਜ਼ਾਏ ਮੌਤ ਦੇ ਦਿੱਤੀ ਜਾਵੇ, ਕਿਉਂਕਿ ਇਹਨੇ ਸਿੱਖੀ ਦੇ ਵਿਰੁੱਧ ਜਾ ਕੇ ਗੱਲ ਕੀਤੀ ਹੈ। ਹੁਣ ਉਹ ਬੰਦੇ ਨੂੰ ਆਪਣੇ ਸੈਨਿਕਾਂ ਨੂੰ ਹੁਕਮ ਦਿੰਦੇ ਨੇ, ਉਹ ਸੈਨਿਕ ਉਹ ਬੰਦੇ ਨੂੰ ਮਾਰਦੇ ਨਹੀਂ ਜਿਹਨੇ ਸਿੱਖ ਸਰਦਾਰ ਨੇ ਜ਼ਬਰਦਸਤੀ ਕੀਤੀ ਹੈ। ਉਹਨੂੰ ਮਾਰੇ ਤੋਂ ਬਿਨਾਂ ਹੀ ਬਾਬਾ ਜੀ ਨੇ ਕੱਪੜੇ ਕੁੱਪੜੇ ਵਿਖਾ ਦਿੰਦੇ ਨੇ ਅਸੀਂ ਉਹਨੂੰ ਮਾਰਤਾ ਹੈ। ਪਰ ਉਹ ਔਰਤ ਨੂੰ ਕਿਸੇ ਨਾ ਕਿਸੇ ਤਰ੍ਹਾਂ ਪਤਾ ਲੱਗ ਜਾਂਦਾ ਕੋਈ ਬੰਦਾ ਹਾਲੇ ਵੀ ਨਹੀਂ ਮਰਿਆ। ਉਹ ਫਿਰ ਜਾ ਕੇ ਬਾਬਾ ਜੀ ਨੂੰ ਫਰਿਆਦ ਕਰਦੀ ਹੈ ਕਿ ਉਹ ਨਹੀਂ ਮਰਿਆ। ਫਿਰ ਬਾਬਾ ਜੀ ਸਖਤੀ ਨਾਲ ਪੁੱਛਦੇ ਨੇ ਅਤੇ ਉਹ ਸੈਨਿਕ ਕਹਿੰਦੇ ਅਸੀਂ ਨਹੀਂ ਮਾਰਿਆ, ਅਸੀਂ ਤੁਹਾਨੂੰ ਵੈਸੇ ਦੇ ਕੱਪੜੇ ਵਗੈਰਾ ਵਿਖਾਤੇ ਸੀ। ਫਿਰ ਬਾਬਾ ਜੀ ਖੁਦ ਉਹ ਬੰਦੇ ਨੂੰ ਫੜ ਕੇ ਤੋਪ ਨਾਲ ਉਡਾਉਂਦੇ ਨੇ ਅਤੇ ਇਹ ਗੱਲ ਉੱਥੇ ਬੜੀ ਸ਼ਾਨ ਨਾਲ ਕਹਿੰਦੇ ਨੇ ਵੀ ਜਿਹੜਾ ਤੁਸੀਂ ਗੁਰੂ ਦੇ ਹੁਕਮ ਤੋਂ ਉਲਟੇ ਜਾਓਗੇ ਤਾਂ ਤੁਹਾਨੂੰ ਰਾਜ ਵੀ ਨਹੀਂ ਮਿਲਣਾ ਅਤੇ ਤੁਸੀਂ ਖੁਆਰ ਹੋਵੋਗੇ। ਕਿਉਂਕਿ ਉਹ ਕਹਿੰਦੇ ਨੇ ਅਸੀਂ ਗੁਰੂ ਦੇ ਹੁਕਮ ਅਨੁਸਾਰ ਹੀ ਚੱਲਣਾ ਆ, ਅਸੀਂ ਸਾਨੂੰ ਗੁਰੂ ਨੇ ਸੇਵਾਦਾਰ ਬਣਾਇਆ ਆ। ਹੁਣ ਇਹ ਸੇਵਾਦਾਰ ਸੰਬੰਧੀ ਉਹਨਾਂ ਨੇ ਆਪਣੇ ਸਿੱਕਿਆਂ ਵਿੱਚ ਵੀ ਇਹ ਜ਼ਿਕਰ ਕੀਤਾ ਆ। ਉਹਨਾਂ ਜਿਹੜੇ ਸਿੱਕੇ ਜਾਰੀ ਕੀਤੇ ਨੇ ਨਾ, ਉਹਦੇ ਲਈ ਇਹ ਡਾਕਟਰ ਸੁਖਦਿਆਲ ਸਿੰਘ ਕਹਿੰਦੇ ਨੇ ਵੀ ਸੁਰਿੰਦਰ ਸਿੰਘ ਨੇ ਪਹਿਲੀ ਵਾਰ ਆਪਣੀ ਪੁਸਤਕ ਵਿੱਚ ਉਹਨਾਂ ਦੇ ਸਿੱਕਿਆਂ ਦੀ ਇਬਾਰਤ ਬਾਰੇ ਵੀ ਦੱਸਿਆ ਆ। ਅਤੇ ਉਹ ਸਿੱਕੇ ਜੋ ਸਨ ਉਹ ਇਹ ਸਨ, ਸਿੱਕਾ ਜਦ ਬਰ ਹਰਦੋ ਆਲਮ ਤੇਗ ਨਾਨਕ ਵਾਹਿਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਨ ਫਜ਼ਲ ਸੱਚਾ ਸਾਹਿਬ ਅਸਤ। ਇਹਦੇ ਅਰਥ ਨੇ ਗੁਰੂ ਨਾਨਕ ਅਤੇ ਸ਼ਾਹਾਂ ਦੇ ਸ਼ਹਿਨशाह ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਤੇਗ ਦੀ ਤਾਕਤ ਨਾਲ ਦੋਵਾਂ ਜਹਾਨਾਂ ਵਿੱਚ ਇਹ ਸਿੱਕਾ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਵੀ ਜਾਰੀ ਕੀਤਾ ਗਿਆ ਅਜ਼ਮਤ ਨਾਨਕ ਗੁਰ ਹਮ ਜ਼ਾਹਰੋ ਹਮ ਬਾਤਨ ਅਸਤ, ਪਾਦਸ਼ਾਹ ਦੀਨੋ ਉਹ ਦੁਨੀਆ ਆਪ ਸੱਚਾ ਸਾਹਿਬ ਅਸਤ। ਗੁਰੂ ਨਾਨਕ ਸਾਹਿਬ ਦੀ ਵਡਿਆਈ ਉਸਦੇ ਸ਼ਬਦ ਰਾਹੀਂ ਜੱਗ ਜ਼ਾਹਰ ਹੈ, ਉਹੀ ਸੱਚਾ ਸਾਹਿਬ ਅਤੇ ਦੀਨ ਦੁਨੀਆ ਦਾ ਪਾਤਸ਼ਾਹ ਹੈ। ਮੀਰ ਮੁਹੰਮਦ ਅਹਿਸਾਨ ਇਜ਼ਾਦ ਦੀ ਲਿਖਤ ਵਿੱਚ ਗੁਰਸਿੱਖੇ ਦੀ ਇਬਾਰਤ ਇਸ ਪ੍ਰਕਾਰ ਦਿੱਤੀ ਹੈ, ਦੇਗੋ ਤੇਗੋ ਫਤਿਹ ਉਹ ਨੁਸਰਤ ਬੇਦਰੰਗ, ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਦੇਗ ਦੇ ਅਮੁੱਕ ਲੰਗਰ ਅਤੇ ਤੇਗ ਨਾਲ ਦੁਸ਼ਮਣਾਂ ਉੱਪਰ ਫਤਿਹ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਦੀ ਮਿਹਰ ਨਾਲ ਪ੍ਰਾਪਤ ਹੋਈ ਹੈ। ਇੱਕ ਗੱਲ ਬੜੀ ਧਿਆਨ ਦੇ ਨਾਲ ਹੀ ਸਾਧ ਸੰਗਤ ਜੀ, ਬਾਬਾ ਜੀ ਨੇ ਆਪਣਾ ਰਾਜ ਪ੍ਰਬੰਧ ਚਲਾਇਆ, ਖਾਲਸੇ ਦਾ ਰਾਜ ਪ੍ਰਬੰਧ ਚਲਾਇਆ, ਅਤੇ ਉਹਦੇ ਜਿਹੜੇ ਸਿੱਕੇ ਨੇ ਨਾ ਉਹਨਾਂ 'ਚ ਆਪਣੀ ਵਡਿਆਈ ਨਹੀਂ ਕਰਾਈ,
ਉਹਦੇ 'ਚ ਗੁਰੂ ਦੀ ਵਡਿਆਈ ਕਰਾਈ ਹੈ। ਬਸ ਇਹ ਹੀ ਇੱਕੋ ਇੱਕ ਅੰਤਰ ਆ ਇੱਕ ਸਿੱਖ ਦੇ ਜੀਵਨ ਵਿੱਚ, ਇੱਕ ਆਮ ਰਾਜਸੀ ਬੰਦੇ ਦੇ ਜੀਵਨ ਵਿੱਚ। ਇਸ ਤੋਂ ਪਹਿਲਾਂ ਜਿੰਨੇ ਵੀ ਹਿੰਦੁਸਤਾਨ ਦੀ ਧਰਤੀ 'ਤੇ ਰਾਜ ਹੋਏ ਨੇ, ਚਾਹੇ ਅਕਬਰ ਦਾ, ਬਾਬਰ ਦਾ, ਹਮਾਯੂੰ ਦਾ, ਸ਼ੇਰਸ਼ਾਹ, ਸਾਰਿਆਂ ਨੇ ਆਪਣੇ ਨਾਮ ਦੇ ਸਿੱਕੇ ਚਲਾਏ ਨੇ, ਪਰੰਤੂ ਬਾਬਾ ਜੀ ਨੇ ਜਿੱਤ ਕੇ ਗੁਰੂ ਦੇ ਨਾਮ ਦਾ ਸਿੱਕਾ ਚਲਾਇਆ ਆ। ਅਤੇ ਗੁਰੂ ਦੇ ਨਾਮ ਦੇ ਸਿੱਕੇ ਦੀ ਹੀ ਅਜ਼ਮਤ ਰੱਖੀ ਹੈ ਕਿ ਜੋ ਮੈਨੂੰ ਬਖਸ਼ਿਸ਼ਾਂ ਹੋਈਆਂ ਨੇ ਇਹ ਗੁਰੂ ਸਾਹਿਬ ਦੇ ਤੋਂ ਬਖਸ਼ਿਸ਼ਾਂ ਹੀ ਮਿਲੀਆਂ ਨੇ। ਇਹਨਾਂ ਸਾਰੀਆਂ ਗੱਲਾਂ ਤੋਂ ਇਹ ਗੱਲ ਦਾ ਪਤਾ ਚੱਲਦਾ ਆ ਕਿ ਬਾਬਾ ਜੀ ਦਾ ਆਪਣੇ ਗੁਰੂ ਦੇ ਸੰਬੰਧੀ ਉਹਨਾਂ ਦੇ ਮਨ ਵਿੱਚ ਕੀ ਭਾਵਨਾ ਸੀ, ਅਤੇ ਹਮੇਸ਼ਾ ਉਹਨਾਂ ਨੇ ਗੁਰੂ ਨਹੀਂ ਉੱਤੇ ਰੱਖਿਆ ਆ, ਆਪਣੇ ਆਪ ਨੂੰ ਹਮੇਸ਼ਾ ਸੇਵਾਦਾਰੀ ਕਿਹਾ ਆ। ਕਈ ਲੇਖਕਾਂ ਤੋਂ ਸਾਨੂੰ ਵੀ ਪਤਾ ਲੱਗਦਾ ਕਿ ਬਾਬਾ ਜੀ ਆਪਣੇ ਦਰਬਾਰ ਜਦੋਂ ਬੈਠੇ ਹੁੰਦੇ ਸਨ ਨਾ, ਹਰ ਹਾਜ਼ਰ ਹੋਣ ਵਾਲੇ ਬੰਦੇ ਨੂੰ ਉਹ ਸਿੰਘ ਸਾਹਿਬ ਕਹਿ ਕੇ ਬੁਲਾਉਂਦੇ ਸਨ, ਇੰਨਾ ਸਨਮਾਨ ਕਰਦੇ ਸੀ, ਭਾਵੇਂ ਕਿਸੇ ਵੀ ਧਰਮ ਦਾ ਹੁੰਦਾ ਸੀ। ਇਹ ਬਾਬਾ ਜੀ ਦੇ ਰਾਜ ਪ੍ਰਬੰਧ ਦੀਆਂ ਖਾਸ ਗੱਲਾਂ ਨੇ। ਸਾਧ ਸੰਗਤ ਜੀ, ਇੱਥੇ ਹੀ ਹੁਣ ਆਪਾਂ ਸਮਾਪਤੀ ਕਰਦੇ ਇਸ ਪਾਠ ਦੀ। ਹੁਣ ਅਗਲੇ ਪਾਠ ਵਿੱਚ ਜੋ ਬਾਬਾ ਜੀ ਦੇ ਜੀਵਨ ਦਾ ਅਗਲਾ ਹਿੱਸਾ ਆ ਕਿ ਉਹਨਾਂ ਨੇ ਕਿਵੇਂ ਰਾਮ ਰਾਈਆਂ ਨੂੰ ਸੋਧਿਆ, ਕਿਵੇਂ ਇਸ ਤੋਂ ਬਾਅਦ ਪਹਾੜਾਂ ਵੱਲ ਨੂੰ ਕੂਚ ਕੀਤਾ, ਇਹ ਸਾਰੇ ਨੂੰ ਅਸੀਂ ਅਗਲੇ ਹਿੱਸੇ ਵਿੱਚ ਵਾਚਾਂਗੇ। ਸਾਰਿਆਂ ਦਾ ਧੰਨਵਾਦ। ਸਿੱਖ ਸੇਵਕ ਆਸਟ੍ਰੇਲੀਆ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਹਿਸਟਰੀ ਦਾ ਪਾਠ ਸ਼ੁਰੂ ਕੀਤਾ ਹੈ ਜੀ। ਹੋਈਆਂ ਭੁੱਲਾਂ ਗਲਤੀਆਂ ਨੂੰ ਮਾफ़ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ